ਹੁਣ ਸੋਨੂ ਸੂਦ ਤੇ ਆਪਾਂ ਆਉਂਦੇ ਆ। ਜੀ ਸੋਨੂ ਸੂਦ ਦੀਆਂ ਮੁਲਾਕਾਤਾਂ ਰੰਧਾਵਾ ਜੀ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਨਾਲ ਹੁੰਦੀਆਂ, ਉਸ ਤੋਂ ਬਾਅਦ ਹੀ ਉਹਨਾਂ ਦੇ ਘਰਾਂ ਦੇ ਵਿੱਚ ਆਈਟੀ ਦੇ ਜਿਹੜੇ ਆ ਛਾਪੇ ਪੈਣ ਲੱਗ ਜਾਂਦੇ ਆ। ਉਹਨਾਂ ਨੂੰ ਜਿਹੜੀਆਂ ਡੋਨੇਸ਼ਨਾਂ ਆਉਂਦੀਆਂ ਉਹਨਾਂ ਤੇ ਛਾਪੇ ਪੈਣ ਲੱਗ ਜਾਂਦੇ, ਉਹਨਾਂ ਤੋਂ ਹਿਸਾਬ ਕਿਤਾਬ ਮੰਗਿਆ ਜਾਂਦਾ। ਬਹੁਤ ਵਾਰੀ ਸੋਨੂ ਸੂਦ ਹੁਣਾਂ ਨੇ ਟੈਲੀਵਿਜ਼ਨਾਂ ਚੈਨਲਾਂ ਤੇ ਆ ਕੇ ਆਪਣੀ ਇੰਟਰਵਿਊ ਦੇ ਵਿੱਚ ਆ ਕੇ ਉਹਨਾਂ ਨੇ ਸਫਾਈ ਦਿੱਤੀ ਹੈ ਕਿ ਭਾਈ ਇੱਕ ਇੱਕ ਪੈਸੇ ਦਾ ਮੇਰੇ ਕੋਲ ਹਿਸਾਬ ਆ, ਮੈਂ ਕੋਈ ਐਸਾ ਜਿਹਾ ਘਪਲਾ ਨਹੀਂ ਕੀਤਾ। ਖੈਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਮ ਆਦਮੀ ਪਾਰਟੀ ਜਾਣਾ, ਉਹ ਕਹਿੰਦੇ ਮੈਨੂੰ ਤਾਂ ਸਾਰੀਆਂ ਪਾਰਟੀਆਂ ਨੇ ਅਪਰੋਚ ਕੀਤਾ, ਪਰ ਮੈਂ ਔਨ ਰਿਕਾਰਡ ਯਾਨੀ ਕਿ ਕੈਮਰੇ ਤੇ ਨਹੀਂ ਦੱਸਾਂਗਾ, ਤੁਸੀਂ ਵੱਖਰੇ ਮੈਨੂੰ ਮਿਲ ਲਓ, ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ। ਤੇ ਹੁਣ ਗੱਲ ਆਉਂਦੀ ਹੈ ਚਰਨਜੀਤ ਸਿੰਘ ਚੰਨੀ ਦੇ। ਤੁਸੀਂ ਬੜੀ ਵਧੀਆ ਗੱਲ ਕੀਤੀ ਆ ਕਿ ਦੇਖੋ ਇਸ ਤੋਂ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਜਾਂ ਕੋਈ ਹੋਰ ਡਾਕਾ ਮਾਰੇ, ਇਹ ਡਾਕਾ ਕੋਸ਼ਿਸ਼ ਲੱਗ ਰਹੀ ਹੈ ਸ਼ਾਇਦ ਕਾਂਗਰਸ ਮਾਰ ਰਹੀ ਹੈ। ਕੱਲੇ ਚਰਨਜੀਤ ਸਿੰਘ ਚੰਨੀ ਨਾਲ ਨਹੀਂ ਮੁਲਾਕਾਤ ਹੁੰਦੀ, ਹਰੀਸ਼ ਚੌਧਰੀ ਨਾਲ ਵੀ ਹੁੰਦੀ ਆ। ਦੇਖੋ ਕਿਆਸ ਰਾਈਆਂ ਬਿਲਕੁਲ ਲਾਈ ਜਾ ਰਹੀਆਂ ਤੇ ਕਿਆਸ ਰਾਈਆਂ ਲੱਗ ਇਸ ਕਰਕੇ ਰਹੀਆਂ ਜਦੋਂ ਮੁਲਾਕਾਤਾਂ ਹੁੰਦੀਆਂ। ਆਮ ਤੌਰ ਤੇ ਫਿਲਮੀ ਹਸਤੀਆਂ ਇਦਾਂ ਦੀਆਂ ਮੁਲਾਕਾਤਾਂ ਕਰਦੀਆਂ ਨਹੀਂ ਹੁੰਦੀਆਂ। ਔਰ ਸੋਨੂ ਸੂਦ ਮੋਗੇ ਦੇ ਆ, ਔਰ ਜੋ ਕੰਮ ਉਹਨਾਂ ਨੇ COVID-19 ਵਾਇਰਸ ਦੇ ਦੌਰਾਨ ਕੀਤਾ, ਜੋ ਉਹਨਾਂ ਦੀਆਂ ਸੇਵਾਵਾਂ, ਉਹਨਾਂ ਦੀ ਬੜੀ ਦੁਨੀਆ ਭਰ ਦੇ ਵਿੱਚ ਸ਼ਲਾਘਾ ਵੀ ਹੋਈ ਆ। ਬਹੁਤ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਉਹਨਾਂ ਨੇ ਖੱਟਿਆ। ਔਰ ਖਾਸ ਕਰਕੇ ਉਹ ਪ੍ਰਵਾਸੀ ਮਜ਼ਦੂਰ ਜਿਸ ਵੇਲੇ ਸਾਡੇ ਮੁਲਕ ਦੇ ਵਿੱਚ ਅਚਾਨਕ ਲੋਕਡਾਊਨ ਲਾ ਦਿੱਤਾ ਗਿਆ ਸੀ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਹਜ਼ਾਰਾਂ ਕਿਲੋਮੀਟਰ ਤੁਰ ਕੇ ਜਾਣਾ ਪਿਆ ਸੀ, ਉਸ ਦੇ ਵਿੱਚ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਰਹੀ ਆ। ਹੁਣ ਗੱਲ ਆਉਂਦੀ ਹੈ ਕੀ ਉਹ ਸਿਆਸਤ ਜੁਆਇਨ ਕਰਨਗੇ, ਕੀ ਉਹ ਸਿਆਸਤ ਦੇ ਵਿੱਚ ਕਾਂਗਰਸ ਰਾਹੀਂ ਦਾਖਲ ਹੋਣਗੇ, ਕੀ ਉਹਨਾਂ ਤੇ ਦੁਬਾਰਾ ਤਾਂ ਨਹੀਂ ਛਾਪੇ ਸ਼ੁਰੂ ਹੋ ਜਾਣਗੇ, ਕਿਉਂਕਿ ਹਜੇ ਵੀ ਕੇਂਦਰ ਸਰਕਾਰ ਤਾਂ ਭਾਰਤੀ ਜਨਤਾ ਪਾਰਟੀ ਦੀ ਆ ਤੇ ਹੋ ਸਕਦਾ ਉਹ ਹਰ ਹੀਲਾ ਵਸੀਲਾ ਵਰਤਣ ਕਿ ਜਿਹਦੇ ਨਾਲ ਉਹਨਾਂ ਨੂੰ ਰੋਕਿਆ ਜਾ ਸਕੇ। ਜੀ ਰੰਧਾਵਾ ਜੀ, ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਚਲੋ ਸੇਵਾ ਤਾਂ ਹਰੇਕ ਦਾ ਹੱਕ ਹੈ, ਜਿਹੜਾ ਵੱਡਾ ਹੋ ਜਾਂਦਾ ਉਹਨੂੰ ਡੋਨੇਸ਼ਨ ਵੀ ਮਿਲ ਜਾਂਦੀ ਆ, ਉਹਨੂੰ ਇਧਰੋਂ ਉਧਰੋਂ ਹੈਲਪਿੰਗ ਹੈਂਡ ਵੱਧ ਆਉਂਦੇ ਆ, ਲੇਕਿਨ ਜਦੋਂ ਤੁਸੀਂ ਸੇਵਾ ਤੋਂ ਬਾਅਦ ਉਹਨੂੰ ਸਿਆਸਤ ਵਿੱਚ ਇਨਕੈਸ਼ ਕਰਦੇ ਹੋ ਤਾਂ ਫਿਰ ਸਵਾਲ ਵੀ ਉੱਠਦੇ ਆ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਕ ਖੇਤਰ 'ਚ ਕਾਮਯਾਬ ਹੋ ਤੇ ਦੂਜੇ 'ਚ ਵੀ ਉਨੇ ਹੀ ਕਾਮਯਾਬ ਹੋਵੋ। ਅੱਜ ਤੱਕ ਜਿੰਨੇ ਲੋਕਾਂ ਨੇ, ਖਾਸ ਤੌਰ ਤੇ ਸੈਲੀਬ੍ਰਿਟੀਜ਼ ਨੇ ਪੋਲਿਟਿਕਸ ਜੁਆਇਨ ਕੀਤੀ ਆ, ਔਰ ਬਹੁਤ ਥੋੜੀ ਮਾਤਰਾ ਹੈ, ਬਹੁਤ ਘੱਟ ਕੁਆਂਟੀਟੀ ਹੈ, ਉਂਗਲਾਂ ਤੇ ਗਿਣੇ ਚੁਣੇ ਜਾਣ ਵਾਲੇ ਕਾਮਯਾਬ ਹੋਏ ਆ। ਲੇਕਿਨ ਸਵਾਲ ਤਾਂ ਇਹ ਆ ਕਿ ਉਹਨਾਂ ਨੂੰ ਚਿਹਰਾ ਨਹੀਂ ਲੱਭਦਾ। ਇਹ ਚਿਹਰੇ ਦੀ ਗੱਲ ਤੁਰਦੀ ਸੀ, ਇਹ ਚਿਹਰਾ ਪਹਿਲਾਂ ਰੋਕ ਲਿਆ। ਪਹਿਲਾਂ ਬੀਜੇਪੀ ਨੇ ਅਗਲਿਆਂ ਨੂੰ ਰਾਹ ਰਸਤਾ ਰੋਕਿਆ ਵੀ ਭਾਈ ਜੇ ਕਿਸੇ ਹੋਰ ਵੱਲ ਜਾਣਾ ਤੇ ਸਾਡੀਆਂ ਏਜੰਸੀਆਂ ਬੈਠੀਆਂ, ਤੇ ਇਧਰਲੇ ਬੰਨੇ ਇਹਨਾਂ ਨੇ ਪਿਆਰ ਕਰ ਲਿਆ। ਪਰ ਮੈਂ ਦੂਜੀ ਗੱਲ ਜਦੋਂ ਮੈਂ ਕਹਿੰਦਾ ਨਾ ਕਿ ਸ਼ਮਲੇ ਉੱਚੇ ਹੁੰਦੇ ਤਾਂ ਫਿਰ ਖਾਕ 'ਚ ਜਾਂਦੇ, ਜਦੋਂ ਅਸੀਂ ਡੇਰੇਦਾਰਾਂ ਦੀ, ਸਿਆਸਤਦਾਨਾਂ ਦੀ ਸਲਤਨਤ ਬਣਦੀ ਮਿਟਦੀ ਵੇਖਦੇ ਆ ਨਾ, ਤਾਂ ਇੰਜ ਲੱਗਦਾ ਹੈ ਕਿ ਤੁਹਾਨੂੰ ਅਸੂਲ ਰੱਖਣੇ ਬਣਦੇ ਆ, ਤੁਹਾਨੂੰ ਸਿਧਾਂਤ ਤੇ ਖੜੇ ਹੋਣਾ ਚਾਹੀਦਾ, ਤੁਹਾਨੂੰ ਰਵਾਇਤਾਂ ਦੇ ਨਾਲ ਖਹਿ ਕੇ ਤੁਰਨਾ ਬਣਦਾ ਹੈ। ਮੈਂ ਉਹ ਗੱਲ ਆਪਾਂ ਪਹਿਲਾਂ ਕਰ ਹੀ ਲਈਏ ਕਿ ਚੰਦੂ ਮਾਜਰਾ ਸਾਹਿਬ ਨੂੰ ਵਧਾਈ ਨਾ ਦੇ ਲਈਏ, ਤੁਹਾਡੇ ਲਫ਼ਜ਼ਾਂ 'ਚ ਕੀ ਕਹਿੰਦੇ ਹੋ? ਦੇਖੋ ਜੀ, ਚੰਦੂ ਮਾਜਰਾ ਸਾਹਿਬ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਆ ਬਹੁਤ ਜ਼ਿਆਦਾ। ਉਹਨਾਂ ਕੋਲੇ ਜਿਵੇਂ ਟਕਸਾਲੀ ਅਕਾਲੀ ਬਚੇ ਨਹੀਂ ਆ। ਤੁਹਾਨੂੰ ਪਤਾ ਸੁਖਦੇਵ ਸਿੰਘ ਢੀਂਡਸਾ ਹੋਣੀ, ਰਣਜੀਤ ਸਿੰਘ ਬ੍ਰਹਮਪੁਰਾ ਹੋਣੀ, ਉਹ ਪਹਿਲਾਂ ਹੀ ਇਸ ਤੋਂ ਕੰਨੀ ਕਤਰਾ ਚੁੱਕਿਆ ਤੇ ਬਾਹਰ ਹੋ ਚੁੱਕਿਆ ਪਾਰਟੀ ਤੋਂ। ਸਿਕੰਦਰ ਸਿੰਘ ਮਲੂਕਾ ਇੱਕ ਹੋਰ ਵੱਡੇ ਲੀਡਰ ਆ। ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਹੀ ਆ, ਉਹ ਆਪਣੇ ਲਈ ਰਾਮਪੁਰਾ ਫੂਲ ਤੋਂ ਤੇ ਮੌੜ ਤੋਂ ਆਪਣੇ ਮੁੰਡੇ ਲਈ ਸੀਟ ਮੰਗਦੇ ਰਹੇ ਆ। ਮੌੜ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਕਨਸਟੀਚੁਐਂਸੀ, ਉਹ ਜਿਹੜਾ ਇਲਾਕਾ ਸੀ, ਉਹਨੂੰ ਜਾ ਕੇ ਜਿਵੇਂ ਨਰਸਰੀ ਦੀ ਤਰ੍ਹਾਂ ਪਾਲਿਆ, ਲੇਕਿਨ ਉਹਨਾਂ ਦੀ ਗੱਲ ਉੱਥੇ ਚੱਲੀ ਨਹੀਂ। ਲੇਕਿਨ ਚੰਦੂ ਮਾਜਰਾ ਸਾਹਿਬ ਦੀ ਹੁਣ ਚੱਲ ਗਈ ਹੈ, ਕਿਉਂਕਿ ਅਕਾਲੀ ਦਲ ਹੋਰ ਵਿਰੋਧ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਅੱਜ ਵੀ ਜੇ ਤੁਸੀਂ ਦੇਖਿਆ ਜਾਵੇ, ਜਦੋਂ ਵੱਡੇ ਲੀਡਰ ਆ ਕੇ ਬੈਠਦੇ ਨੇ ਤੇ ਲੈ ਦੇ ਕੇ ਆਪਾਂ ਉਹਨਾਂ ਨੂੰ ਉਂਗਲਾਂ ਤੇ ਗਿਣ ਸਕਦੇ ਹਾਂ। ਜਦੋਂ ਵੀ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ, ਜਦੋਂ ਸੁਖਬੀਰ ਸਿੰਘ ਬਾਦਲ ਨਹੀਂ ਕਰਦੇ ਜਾਂ ਬਿਕਰਮ ਸਿੰਘ ਮਜੀਠੀਆ ਨਹੀਂ ਕਰਦੇ ਜਾਂ ਹਰਸਿਮਰਤ ਕੌਰ ਬਾਦਲ ਨਹੀਂ ਕਰਦੇ, ਤੇ ਫਿਰ ਸਾਨੂੰ ਨਜ਼ਰ ਆਉਂਦੇ ਆ ਚੰਦੂ ਮਾਜਰਾ, ਤੋਤਾ ਸਿੰਘ ਜਾਂ ਡਾਕਟਰ ਦਲਜੀਤ ਚੀਮਾ, ਤੇ ਜਾਂ ਸਾਨੂੰ ਮਹੇਸ਼ ਇੰਦਰ ਗਰੇਵਾਲ ਲੈ ਦੇ ਕੇ ਹੀ ਇਹ ਨਜ਼ਰ ਆਉਂਦੇ ਆ। ਸੋ ਕਹਿਣ ਦਾ ਮਤਲਬ ਵੈਸੇ ਮਨਪ੍ਰੀਤ ਜੀ ਦੋਹਰੇ ਮਿਆਰਾਂ 'ਚ ਨਹੀਂ ਰੱਖਾਂਗੇ ਇਹਨੂੰ। ਦੂਜੀ ਗੱਲ, ਜਾਂ ਫਿਰ ਚੰਦੂ ਮਾਜਰਾ ਸਾਹਿਬ ਦੀ ਇਹ ਖਾਸੀਅਤ ਮੰਨੀ ਜਾਊਗੀ ਕਿ ਉਹਨਾਂ ਮੌਕੇ ਦੇ ਉੱਤੇ ਜਿੱਥੇ ਇੱਕ ਲੋੜ ਸੀ ਮਲਾਈ ਲਾ ਲਈ ਆਪਣੇ ਹਿੱਸੇ ਦੀ। ਤੇ ਤੀਜੀ ਗੱਲ, ਕਿਉਂਕਿ ਪਹਿਲਾਂ ਅਕਾਲੀ ਦਲ ਦੀ ਰਵਾਇਤ ਰਹੀ ਹੈ ਕਿ ਜਿੰਨੇ ਵੱਡੇ ਵੱਡੇ ਲੀਡਰ ਆ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਜਾਂ ਜਿੰਨੇ ਵੀ ਵੱਡੇ ਲੋਕ, ਉਹਨਾਂ ਨੂੰ ਕਹਿੰਦੇ ਹੁੰਦੇ ਸੀ ਤੁਸੀਂ ਵੱਡੀ ਜਗ੍ਹਾ ਜਾਓ, ਦਿੱਲੀ ਪਹੁੰਚੋ। ਐਤਕੀ ਚੰਦੂ ਮਾਜਰਾ ਸਾਹਿਬ ਪੰਜਾਬ ਦੀ ਸਿਆਸਤ ਵਿੱਚ, ਤੇ ਖੁਦਾ ਨਾ ਖਾਸਤਾ ਜੇ ਵਜ਼ਾਰਤ ਬਣਦੀ ਹੈ ਤੇ ਵਜ਼ੀਰ ਵੀ ਫਿਰ ਉਹ ਦੂਜੇ ਨੰਬਰ ਦੇ ਹੋਣਗੇ।
ਇਹਦਾ ਮਤਲਬ ਚੰਦੂਮਾਜਰਾ ਸਾਹਿਬ ਨੇ ਆਪਣੀ ਮੌਕੇ ਦੀਆਂ ਨਜ਼ਾਕਤਾਂ ਤੇ ਪਰਿਸਥਿਤੀਆਂ ਨੂੰ ਪੂਰੀ ਤਰ੍ਹਾਂ ਇਨਕੈਸ਼ ਕਰ ਲਿਆ, ਤੁਹਾਡੇ ਲਫ਼ਜ਼ਾਂ 'ਚ ਟਿੱਪਣੀ। ਯਾਦ ਕਰੋ ਰੰਧਾਵਾ ਜੀ, ਜਦੋਂ ਇਹਨਾਂ ਦੀ ਪਬਲਿਕ ਅਫੇਅਰਸ ਕਮੇਟੀ ਦੀ ਮੀਟਿੰਗ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਤੇ ਉੱਥੇ ਇਹ ਮਸਲਾ ਉੱਠਦਾ ਕਿ ਫਿਰ ਏਦਾਂ ਕਰੋ, ਬਾਦਲਾਂ ਨੂੰ ਛੱਡ ਦਿਓ ਤੇ ਹਰ ਇੱਕ ਪਰਿਵਾਰ ਚੋਂ ਇੱਕ ਬੰਦੇ ਨੂੰ ਟਿਕਟ ਮਿਲਣੀ ਚਾਹੀਦੀ ਆ। ਤੁਹਾਨੂੰ ਬਹੁਤ ਚੰਗੀ ਤਰ੍ਹਾਂ ਮੈਨੂੰ ਯਾਦ ਹੋਣਾ। ਲੇਕਿਨ ਕੀ ਉਸ ਤੇ ਅਮਲ ਹੋਇਆ? ਉਸ ਤੇ ਅਮਲ ਨਹੀਂ ਹੋਇਆ। ਸੋ ਇੱਥੇ ਤੁਸੀਂ ਬਿਲਕੁਲ ਜਿਹੜਾ ਪਹਿਲੇ ਸ਼ਬਦ ਵਰਤੇ, ਜਿਹੜੇ ਦੋਹਰੇ ਮਾਪਦੰਡ ਆ, ਕਹਿਣਾ ਬਹੁਤ ਆਸਾਨ ਹੁੰਦਾ, ਕਿਸੇ ਨੂੰ ਸਿੱਖਿਆ ਦੇਣੀ ਬਹੁਤ ਆਸਾਨ ਹੁੰਦੀ ਹੈ। ਜਦੋਂ ਆਪਣੇ ਆਪ ਤੇ ਲਾਗੂ ਕਰੋ ਤੇ ਫੇਰ ਪਤਾ ਲੱਗਦਾ ਕਿ ਜ਼ਮੀਨ ਕਿੱਥੇ ਆ, ਧਰਾਤਲ ਕਿੱਥੇ ਆ, ਤੇ ਕੀ ਅਸੀਂ ਹਵਾ 'ਚ ਤਾਂ ਨਹੀਂ ਉੱਡਦੇ ਫਿਰਦੇ ਜਾਂ ਕਿਤੇ ਹੋਰ ਦੋਹਰੇ ਮਾਪਦੰਡ ਤਾਂ ਨਹੀਂ ਅਪਣਾ ਰਹੇ, ਔਰ ਅਪਣਾ ਰਹੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਗੱਲ ਉਹੀ ਹੈ ਕਿ ਜੇ ਸਾਰਿਆਂ ਨੇ ਅੱਖਾਂ ਉਸ ਵੇਲੇ ਦਿਖਾਤੀਆਂ ਜਦੋਂ ਹਜੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਆਧਾਰ ਮਿਲਣਾ ਔਖਾ ਹੋ ਰਿਹਾ, ਤੇ ਫਿਰ ਪਾਰਟੀ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਕੱਢਣੀਆਂ ਜਾਂ ਆਪਣੀ ਪੋਜੀਸ਼ਨ ਨੂੰ ਸੁਧਾਰਨਾ ਬਹੁਤ ਔਖਾ ਹੋ ਜਾਊਗਾ। ਹਰੇਕ ਲੀਡਰ ਉਹਨਾਂ ਲਈ ਇੰਪੋਰਟੈਂਟ ਹੈ। ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾ ਕੇ ਮਲੂਕੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਤੇ ਭਾਸ਼ਣ ਦਿੰਦੇ ਹੋਏ ਵੀ ਦਿਖਾਈ ਦਿੱਤੇ, ਉਹ ਹੱਸਦੇ ਹੋਏ ਵੀ ਦਿਖਾਈ ਦਿੱਤੇ। ਏਦਾਂ ਲੱਗਦਾ ਸੀ ਕਿ ਕੋਈ ਗੱਲ ਨਹੀਂ, ਆਪਾਂ ਪਰਿਵਾਰ ਦੇ ਵਿੱਚ ਸਭ ਕੁਝ ਸਾਂਭ ਲਾਂਗੇ, ਜਿੱਦ ਨਾ ਕਰੋ, ਮੁੰਡੇ ਦੀ ਜਿੱਦ ਛੱਡ ਦਿਓ ਤੇ ਟਿਕਟਾਂ ਇੱਕ ਹੀ ਰਹਿਣ ਦਿਓ, ਬਾਅਦ ਚ ਕਿਸੇ ਹੋਰ ਹਿਸਾਬ ਨਾਲ ਐਡਜਸਟ ਕਰ ਦਾਂਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਹੋ ਸਕਦਾ ਚੰਦੂਮਾਜਰਾ ਸਾਹਿਬ ਨੇ ਅੱਖਾਂ ਦਿਖਾਤੀਆਂ ਹੋਣ ਕਿ ਭਾਈ ਇਹ ਹੋਊਗਾ ਤੇ ਮੈਂ ਅੱਗੇ ਵਧੂੰਗਾ। ਸਾਰੇ ਹੀ ਇਹ ਇਕੱਲੇ ਤੁਸੀਂ ਅਕਾਲੀ ਦਲ ਦਾ ਨਾ ਲਓ। ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ। ਕਾਂਗਰਸ ਦਾ ਦੇਖ ਲਓ, ਹਰ ਕੋਈ ਆਪਣੇ ਮੁੰਡੇ ਦੀ ਨੌਕਰੀ ਦੀ ਲੜਾਈ, ਕੋਈ ਆਪਣੇ ਜਵਾਈ ਦੀ ਨੌਕਰੀ ਦੀ ਲੜਾਈ ਲੜ ਰਿਹਾ, ਤੇ ਫਿਰ ਆਵਾਜ਼ਾਂ ਵੀ ਉੱਠਦੀਆਂ, ਕਦੇ ਕੈਬਨਿਟ ਤੇ ਕੈਬਨਿਟ ਤੋਂ ਬਾਹਰੋਂ ਵੀ ਉੱਠਦੀਆਂ। ਖੈਰ ਮੈਂ ਇਹ ਤੋਂ ਅੱਗੇ ਵਧਾਂ ਤਾਂ ਜਿਹੜੀ ਕੁਲਦੀਪ ਸਿੰਘ ਵੈਦ ਜਿਹੜੇ ਪਹਿਲਾਂ ਅਫਸਰ ਰਹੇ, ਹੁਣ ਐਮਐਲਏ ਨੇ, ਡੈਡੀਕੇਟਡ ਨੇ, ਭੱਜ ਨੱਠ ਬੜੀ ਕਰਦੇ, ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਬਣੀ ਸੀ ਕਿ ਜਦੋਂ ਕਿਸਾਨੀ ਮੂਵਮੈਂਟ 'ਚ ਟਰੈਕਟਰ ਮਾਰਚ ਦੌਰਾਨ ਲਾਲ ਕਿਲੇ ਵੱਲ ਚਲੇਗੀ ਸਾਰੀ ਗੱਲ, ਤਾਂ ਉਸ ਤੋਂ ਬਾਅਦ ਜੋ ਵਾਪਰਦਾ, ਗ੍ਰਿਫਤਾਰੀਆਂ ਹੁੰਦੀਆਂ, ਉਹ ਸਿਲਸਿਲੇ ਨੂੰ ਇਹਨਾਂ ਨੇ ਐਗਜ਼ਾਮਿਨ ਕੀਤਾ। ਇਸ ਕਮੇਟੀ ਨੇ ਘਰ ਘਰ ਜਾ ਕੇ ਰਿਪੋਰਟ ਇਕੱਠੀ ਕੀਤੀ ਆ, ਔਰ ਉਹ ਕਾਫੀ ਉਹਦੇ ਅੰਕੜੇ ਜਿਹੜੇ ਉਹ ਦਿਲ ਨੂੰ ਛੂਹਣ ਵਾਲੇ ਆ। ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਨੂੰ ਸਾਜ਼ਿਸ਼ ਦੱਸਿਆ। ਹੁਣ ਮੈਨੂੰ ਇਹਦੇ ਤੇ ਤੁਸੀਂ ਦੱਸੋ ਵੀ ਇਹ ਸਾਜ਼ਿਸ਼ ਦਾ ਕਿਸ ਤਰੀਕੇ ਨਾਲ ਅੱਗੇ ਉਹਨਾਂ ਦੇਖਿਆ ਸਾਰਾ, ਔਰ ਮੁੱਖ ਮੰਤਰੀ ਸਾਹਿਬ ਨੇ ਆਨਨ ਫਾਨਨ 'ਚ 2-2 ਲੱਖ ਰੁਪਈਆ ਅਨਾਉਂਸ ਕਰਤਾ ਹੈ। ਮਤਲਬ ਸਿਆਸਤ ਦੀ ਚੜ੍ਹਦੀ ਉਮਰੇ ਆ ਜਿਹੜੀ ਹੁਣ ਹੁੰਦੀ ਇਲੈਕਸ਼ਨ ਦੇ ਵਿੱਚ, ਜਦੋਂ ਇਹ ਜੋਬਨ ਤੇ ਕੰਮ, ਇਹ ਵੀ ਇੱਕ ਨਵੀਂ ਤਰ੍ਹਾਂ ਦੀ ਪੋਲਿਟਿਕਸ ਕਰਤੀ ਆ, ਕਿਸਾਨ ਹਤੈਸ਼ੀ ਤੇ ਹਮਾਇਤੀ। ਕਿਉਂਕਿ ਦੋਵੇਂ ਧਿਰਾਂ, ਆਮ ਆਦਮੀ ਪਾਰਟੀ ਵੀ ਉੱਥੇ ਕਹਿੰਦੇ ਰਹੇ ਕਿ ਅਸੀਂ ਪਖਾਨੇ ਬਣਾਤੇ, ਅਸੀਂ ਉੱਥੇ ਸਹੂਲਤਾਂ ਦਿੱਤੀਆਂ, ਤੇ ਅਕਾਲੀ ਦਲ ਵਾਲੇ ਸਦਾ ਕਹਿੰਦੇ ਰਹੇ ਕਿ ਕਿਸਾਨੀ ਤਾਂ ਸਾਡੀ ਆ। ਲੇਕਿਨ ਇਧਰਲੇ ਬੰਨੇ ਵੀ ਰਾਹ ਘੇਰ ਕੇ ਖਲੋ ਗਏ ਅਗਲੇ। ਕੀ ਕਹਿੰਦੇ? ਆਮ ਆਦਮੀ ਪਾਰਟੀ ਤਾਂ ਮੈਨੂੰ ਯਾਦ ਹੈ ਰੰਧਾਵਾ ਜੀ ਕਹਿੰਦੇ ਸੀ ਅਸੀਂ ਵਾਈਫਾਈ ਟਾਵਰ ਵੀ ਉੱਥੇ ਲਾਤੇ ਆ, ਖੈਰ ਬਾਅਦ ਚ ਕਦੇ ਖੈਰ ਨਜ਼ਰ ਨਹੀਂ ਆਏ। ਜਿੱਥੇ ਤੱਕ ਤੁਸੀਂ ਇਹ ਗੱਲ 26 ਜਨਵਰੀ ਦੀ ਗੱਲ ਕਰਦੇ ਹੋ ਤੇ ਲਾਲ ਕਿਲੇ ਵਾਲੀ ਹਿੰਸਾ, ਦੇਖੋ ਸ਼ੁਰੂ ਤੋਂ ਹੀ ਜਿਹੜੀ ਕਿਸਾਨ ਜਥੇਬੰਦੀਆਂ ਦੇ ਆਗੂ ਸੀ, ਉਹ ਇਹ ਗੱਲ ਬੜੀ ਸੰਜੀਦਗੀ ਦੇ ਨਾਲ, ਬੜੀ ਸ਼ਿੱਦਤ ਦੇ ਨਾਲ ਉਹ ਗੱਲ ਕਹਿ ਰਹੇ ਸੀ ਕਿ ਸਾਡੇ ਨਾਲ ਬਹੁਤ ਵੱਡੀ ਸਾਜ਼ਿਸ਼ ਹੋਈ ਆ। 26 ਜਨਵਰੀ ਤੋਂ ਰਾਤ ਇੱਕ ਦਿਨ ਪਹਿਲਾਂ ਜਿਹੜੀ ਸਟੇਜ ਤੇ ਲੜਾਈ ਹੁੰਦੀ ਆ, ਜਿਸ ਤਰ੍ਹਾਂ ਸਾਰੇ ਅੰਦੋਲਨ ਨੂੰ ਆਪਣੀ ਅਗਵਾਈ ਦੇ ਵਿੱਚ ਕਰਨ ਦੀ ਇੱਕ ਕਵਾਇਤ ਹੁੰਦੀ ਆ, ਖਾਸ ਤੌਰ ਤੇ ਦੀਪ ਸਿੱਧੂ ਹੋਣਾ ਵੱਲੋਂ, ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ। ਤੇ ਉਸ ਤੋਂ ਬਾਅਦ ਸਾਰਿਆਂ ਦਾ ਸਾਰਾ ਮੀਡੀਆ ਦਾ ਫੋਕਸ ਲਾਲ ਕਿਲੇ ਵੱਲ ਹੋ ਜਾਂਦਾ। ਲਾਲ ਕਿਲੇ ਦੇ ਵਿੱਚ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ, ਉਸ ਤੋਂ ਬਾਅਦ ਹਿੰਸਾ ਹੁੰਦੀ ਹੈ। ਤੇ ਟਰੈਕਟਰ ਮਾਰਚ ਜਿਹੜਾ ਐਡਾ ਵਿਸ਼ਾਲ ਸੀ, ਇੰਨਾ ਲੰਬਾ ਸੀ, ਉਹਦੀਆਂ ਤਸਵੀਰਾਂ ਸਾਨੂੰ ਅੱਜ ਤੱਕ ਵੀ ਪੂਰੀਆਂ ਦੇਖਣ ਨੂੰ ਨਹੀਂ ਮਿਲੀਆਂ ਕਿ ਉਹ ਟਰੈਕਟਰ ਮਾਰਚ ਕਿੱਧਰ ਜਾਂਦਾ। ਉਹ ਆਪਣਾ ਰਾਹ ਭਟਕ ਜਾਂਦੇ ਨੇ। ਦਿੱਲੀ ਪੁਲਿਸ ਦਾ ਉਹਦੇ ਵਿੱਚ ਕੀ ਰੋਲ ਆ, ਉਦੋਂ ਤੋਂ ਹੀ ਇਹ ਗੱਲਾਂ ਜਿਹੜੀਆਂ ਸਾਨੂੰ ਸਾਰੀਆਂ ਨਜ਼ਰ ਆ ਰਹੀਆਂ ਸੀ ਕਿ ਕੀ ਕਿਤੇ ਕੋਈ ਸਾਜ਼ਿਸ਼ ਨਹੀਂ ਹੈ। ਤੇ ਜਿਵੇਂ ਕਿਸਾਨ ਕਹਿ ਰਹੇ ਸੀ, ਔਰ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਰੰਧਾਵਾ ਜੀ, ਮੈਂ ਯਾਦ ਕਰਾਉਣਾ ਚਾਹੁੰਦਾ ਕਿ ਉਸ ਤੋਂ ਬਾਅਦ ਲਗਭਗ ਜਿਹੜਾ ਅੰਦੋਲਨ ਖਿਲਰਨ ਵਰਗਾ ਹੋ ਗਿਆ ਸੀ, ਲੱਗਦਾ ਕਿ ਸ਼ਾਇਦ ਇਹ ਸਮਾਪਤੀ ਹੋ ਗਈ ਹੈ ਇਹਦੀ। ਉਸ ਤੋਂ ਬਾਅਦ ਰਕੇਸ਼ ਟਕੈਤ ਹੋਣੀ ਰੋਂਦੇ ਨੇ, ਤੇ ਫਿਰ ਸਡਨਲੀ ਜਿਹੜਾ ਹਜੂਮ ਆ ਤੇ ਜਿਹੜੇ ਲੋਕ ਨੇ, ਜਿਹੜੇ ਸਪੋਰਟਰਸ ਨੇ, ਸਮਰਥਕ ਨੇ, ਉਹ ਫੇਰ ਮੇਲਾ ਦੁਬਾਰਾ ਭਰ ਜਾਂਦਾ। ਉਹ ਜਿਹੜਾ ਅੰਦੋਲਨ ਆ ਹੋਰ ਮਜ਼ਬੂਤ ਹੁੰਦਾ। ਹੁਣ ਇਸ ਕਮੇਟੀ ਦੇ ਜਦੋਂ ਆਪਾਂ ਕੁਲਦੀਪ ਸਿੰਘ ਵੈਦ ਹੋਣਾ ਦੀ ਗੱਲ ਕਰਦੇ ਆ, ਇਹ ਜਿਹੜੀ ਕਮੇਟੀ ਬਣੀ ਸੀ, ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਸਰਬਜੀਤ ਕੌਰ ਮਾਣੂਕੇ ਵੀ ਹੁੰਦੇ ਆ, ਨਾਲ ਹੀ ਫਤਿਹਜੀਤ ਸਿੰਘ ਬਾਜਵਾ, ਇਹ ਸਾਰੇ ਹੁੰਦੇ ਆ। ਸਾਰੇ ਬੰਦੇ ਰਲ ਕੇ ਇਹਦੀ ਤਹਿਕੀਕਾਤ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਹੈ, ਸਪਸ਼ਟ ਕੀਤੀ ਹੈ ਕਿ ਭਾਈ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀ।
इस साजिश हेठ ही इस अंदोलन ਨੂੰ खत्म ਕਰਨ ਦੀ ਗੱਲ ਹੋਈ ਸੀ। ਇੱਕ ਵਿਧਾਨ ਸਭਾ ਦੀ ਕਮੇਟੀ, ਮੈਨੂੰ ਲੱਗਦਾ ਕਿ ਇਹਦੇ ਵਿੱਚ ਵੈਧਤਾ ਹੁੰਦੀ ਹੈ, ਇਹਦੀ ਲੀਗੈਲਿਟੀ ਹੁੰਦੀ ਹੈ, ਇਹ ਵਾਕਿਆ ਇਹ ਜਿਹੜੀ ਇੱਕ ਰਿਪੋਰਟ ਦੇਣੀ। ਔਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਕੀਤੀ, ਜਿਵੇਂ ਤੁਸੀਂ ਆਪ ਕਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਹਰ ਪੋਲੀਟੀਕਲ ਪਾਰਟੀ ਦਾ ਮੰਤਵ ਵੀ ਹੁੰਦਾ ਕਿ ਜੇ ਉਹ ਕੋਈ ਫੈਸਲਾ ਲੈਣ ਤੇ ਉਹਦਾ ਪੋਲੀਟੀਕਲ ਲਾਭ ਜਾਂ ਫਾਇਦਾ ਵੀ ਉਹਨਾਂ ਨੂੰ ਹੋਵੇ। ਜਿਸ ਤਰ੍ਹਾਂ ਇਹ 83 ਬੰਦਿਆਂ ਨੂੰ ਇਹਨਾਂ ਨੇ ਕਿਹਾ ਕਿ ਅਸੀਂ 2-2 ਲੱਖ ਰੁਪਇਆ ਦੇਵਾਂਗੇ, ਇਹ ਤਾਂ ਆਪਣੀ ਜਗ੍ਹਾ ਤੇ ਠੀਕ ਹੈ। ਦੂਸਰੀ ਗੱਲ ਉਹਨਾਂ ਨੇ ਵੱਡੀ ਇਹ ਵੀ ਕਹੀ ਹੈ ਕਿ ਜਿਹੜੇ ਐਡਵੋਕੇਟ ਜਨਰਲ ਜਿਹੜੇ ਹੁਣ ਪੰਜਾਬ ਦੇ ਨਵੇਂ ਲਾਏ ਜਾਣਗੇ, ਉਹਨਾਂ ਦੇ ਹੇਠ ਉਹਨਾਂ ਦੇ ਆਪਣੇ ਉਹਦੇ ਨੁਮਾਇੰਦਗੀ ਦੇ ਵਿੱਚ ਉਹਨਾਂ ਦੇ ਅਧਿਕਾਰ ਖੇਤਰ ਦੇ ਅੰਦਰ ਅਸੀਂ ਕਈ ਵਕੀਲਾਂ ਦੀ ਟੀਮ ਬਣਾਵਾਂਗੇ, ਉਹ ਇਹਨਾਂ ਸਾਰਿਆਂ ਨੂੰ ਲੀਗਲ ਏਡ ਜਾਂ ਲੀਗਲ ਸਹਾਇਤਾ ਜਾਂ ਕਾਨੂੰਨੀ ਸਹਾਇਤਾ ਦੇਣਗੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਆ। ਹਾਂ, ਇਹ ਗੱਲ ਠੀਕ ਆ ਕਿ ਇਹਦਾ ਜਿਹੜਾ ਸਿਆਸੀ ਲਾਹਾ ਲੈਣ ਦੀ ਹਰ ਪਾਰਟੀ ਕੋਸ਼ਿਸ਼ ਕਰਦੀ ਹੈ। ਕੀ ਸਿਆਸੀ ਲਾਹਾ ਇਹਨਾਂ ਨੂੰ ਮਿਲਦਾ ਜਾਂ ਨਹੀਂ ਮਿਲਦਾ, ਇਹ ਤਾਂ ਸਮਾਂ ਹੀ ਦੱਸੂਗਾ। ਲੇਕਿਨ ਇੱਕ ਕਵਾਇਦ ਜ਼ਰੂਰ, ਹਾਂ ਇਹ ਜ਼ਰੂਰ ਆ ਕਿ ਹੁਣ ਦਿੱਲੀ ਪੁਲਿਸ ਦੇ ਨਾਲ ਲੱਗ ਕੇ ਉਹਨਾਂ ਨੂੰ ਇਹ ਰਿਪੋਰਟ ਦੇਣਗੇ ਵੀ। ਕੀ ਇਸ ਤੇ ਕੋਈ ਅਗਲੀ ਕਾਰਵਾਈ ਹੋਊਗੀ? ਕੀ ਇਹ ਰਿਪੋਰਟ ਕਿੱਥੋਂ ਤੱਕ ਜਾਊਗੀ? ਕਿਹੜੇ ਮੰਚ ਤੇ, ਜਿਵੇਂ ਕਿ ਇਹਨਾਂ ਨੇ ਕਿਹਾ ਢੁਕਵੇਂ ਮੰਚ ਤੇ ਆਪਾਂ ਨੂੰ ਚੱਕਣੀ ਚਾਹੀਦੀ ਆ, ਉਹ ਕਿਹੜਾ ਮੰਚ ਹੋਏਗਾ? ਜਾਂ ਦਿੱਲੀ ਪੁਲਿਸ ਦਾ ਹੋਏਗਾ ਜਾਂ ਫਿਰ ਕੋਰਟ ਦਾ ਸਹਾਰਾ ਲਿਆ ਜਾਏਗਾ? ਇਹ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਜੀ ਰੰਧਾਵਾ ਜੀ। ਹਾਂ, ਬਿਲਕੁਲ ਠੀਕ ਮਨਪ੍ਰੀਤ ਜੀ। ਇਹ ਤਾਂ ਹੁਣ ਜਿਹੜੇ ਕਾਨੂੰਨੀ ਮਸ਼ੀਰ ਜਾਂ ਜਿਹੜੇ ਇਸ ਤਰ੍ਹਾਂ ਦੇ ਹੈਗੇ ਲੋਕ, ਉਹ ਦੱਸ ਸਕਦੇ ਆ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਅਦਾਲਤਾਂ ਵਿੱਚ ਕਿੱਥੇ ਟਿਕਦੀਆਂ, ਇਹਨਾਂ ਨੂੰ ਕੋਈ ਵੇਟੇਜ ਮਿਲਦਾ ਕਿ ਨਹੀਂ, ਇਹਨਾਂ ਦੀਆਂ ਰਿਪੋਰਟਾਂ ਨੂੰ ਸਬਮਿਟ ਕੀਤਾ ਵੀ ਜਾ ਸਕਦਾ, ਜਾਂ ਕੋਈ ਧਿਰ ਪੰਜਾਬ ਸਰਕਾਰ ਬਣ ਵੀ ਸਕਦੀ ਹੈ ਦਿੱਲੀ ਦੇ ਅਦਾਲਤਾਂ 'ਚ ਕਿ ਨਹੀਂ। ਲੇਕਿਨ ਜਦੋਂ ਅਦਾਲਤ ਦੀ ਗੱਲ ਚੱਲਦੀ ਆ ਤਾਂ ਇੱਕ ਖਬਰ ਫਿਰ ਮੇਰਾ ਰਾਹ ਰੋਕ ਕੇ ਖੜੀ ਆ ਕਿ ਡੇਰੇ ਦੇ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਸਾਜ਼ਿਸ਼ ਹੋਈ ਸੀਗੀ ਬੇਅਦਬੀ ਮਾਮਲਿਆਂ ਦੀ। ਇਹ ਅਦਾਲਤ ਵਿੱਚ ਗੱਲ ਤੁਰੀ ਹੈ, ਜਿੱਥੇ ਜਿਹੜੀ ਜਾਂਚ ਕਮੇਟੀ ਗਈ ਸੀ ਉਹ ਸਨਾਰੀਆ ਜੇਲ੍ਹ 'ਚ, ਉਹਨੇ ਤਾਂ ਕਹਿ ਦਿੱਤਾ ਕਿ ਅਸੀਂ ਜਿਹੜਾ ਜੇ ਫਰਦਰ ਜਾਂਚ ਹੋਰ ਕਰਨੀ ਆ ਤਾਂ ਇਹਦੀ ਪਰਮਿਸ਼ਨ ਦੀ ਜਦੋਂ ਗੱਲ ਚੱਲੀ ਤੇ ਉਹਨਾਂ ਕਿਹਾ ਤੇ ਪਰਮਿਸ਼ਨ ਤਾਂ ਆਲਰੇਡੀ ਤੁਹਾਨੂੰ ਦਿੱਤੀ ਹੋਈ ਹੈ। ਮੈਨੂੰ ਇੰਝ ਲੱਗਦਾ ਹੈ ਕਿ ਇਹ ਜਿਹੜੇ ਡੇਰੇ ਸਿਰਸੇ ਦਾ ਮੁਖੀ ਹੈ ਰਾਮ ਰਹੀਮ, ਉਹਦੇ ਲਈ ਔਖੇ ਦਿਨ ਤਾਂ ਚਲੋ ਖੈਰ, ਜਿਹੜਾ ਬੰਦਾ ਪਹਿਲਾਂ ਹੀ 2-3 ਵਾਰ ਜੇਲ੍ਹ ਦੀ ਉਹਨੂੰ ਦਿੱਤੀ ਹੋਈ ਹੈ ਉਮਰ ਕੈਦ, ਉਹਨੇ ਤਾਂ ਕੀ ਆਉਣਾ, ਉਹਦੇ ਕੀ ਔਖੇ ਦਿਨ ਆ। ਪਰ ਜਿਹੜੇ ਨਾਲ ਹੋਰ ਹੋਣਗੇ ਜਾਂ ਸਿਆਸਤਾਂ ਕੋਈ ਹੋਈਆਂ ਹੋਣਗੀਆਂ ਜਾਂ ਕਿ 2-4 ਦੇ ਨਾਂ ਉਹਨੇ ਲੈ ਤੇ, ਉਹਨਾਂ ਲਈ ਮੁਸ਼ਕਲ ਹੋਊਗੀ ਇਲੈਕਸ਼ਨ ਦੇ ਦਿਨਾਂ 'ਚ। ਪਰ ਮੈਨੂੰ ਇੰਝ ਲੱਗਦਾ ਕਿ ਖੰਗਾਲਿਆ ਫਿਰ ਜਾਣਾ ਹੈ ਉਹਨੂੰ। ਔਰ ਜਿਹੜੀ ਇਹ ਬੇਅਦਬੀ ਦੀ ਸਾਜ਼ਿਸ਼ ਹੈ, ਇਹਦੇ ਤੋਂ ਪਰਦਾ ਤਾਂ ਉੱਠਣਾ ਹੀ ਚਾਹੀਦਾ ਵੀ ਜੇ ਗਿਣ ਮਿੱਥ ਕੇ ਹੋਈ ਆ, ਉਹ ਭਾਵੇਂ ਕਿਸੇ ਵੀ ਗ੍ਰੰਥ ਦੀ ਹੋਵੇ, ਕੋਈ ਧਰਮ ਵਿਸ਼ੇਸ਼ ਹੋਵੇ, ਫਿਰ ਤਾਂ ਮਾੜੀ ਗੱਲ ਆ। ਪਰਦੇ ਤਾਂ ਚੱਕੇ ਜਾਣੇ ਚਾਹੀਦੇ ਆ ਤੇ ਇੱਥੇ ਸਾਰੀਆਂ ਧਿਰਾਂ ਨੂੰ ਮੈਨੂੰ ਲੱਗਦਾ ਸਪੋਰਟ ਵੀ ਕਰਨਾ ਚਾਹੀਦਾ। ਪੰਜਾਬ ਦੇ ਦ੍ਰਿਸ਼ ਨੂੰ ਇੰਨਾ ਗੰਧਲਾ ਤਾਂ ਨਹੀਂ ਹੋਣਾ ਚਾਹੀਦਾ ਨਾ ਕਿ ਜੇ ਸਾਜ਼ਿਸ਼ ਹੋਈ ਹੈ, ਕੋਈ ਗਿਣ ਮਿੱਥ ਕੇ ਹੋਈ ਹੈ, ਤੇ ਉਹ ਲੋਕਾਂ ਦੇ ਸਾਹਮਣੇ ਆਵੇ। ਦੇਖੋ ਰੰਧਾਵਾ ਜੀ, ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਮੈਨੂੰ ਯਾਦ ਆ ਸਨ 2015 ਨੂੰ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਜਿੱਥੇ ਸਭ ਤੋਂ ਪਹਿਲਾਂ ਇਹ ਘਟਨਾ ਵਾਪਰਦੀ ਆ। ਮੈਂ ਆਪ 2-3 ਦਿਨਾਂ ਬਾਅਦ ਉਸ ਪਿੰਡ 'ਚ ਜਾਣਾ, ਬਹੁਤ ਸਾਰੇ ਲੋਕਾਂ ਨਾਲ ਗੱਲ ਕਰਦਾ, ਲੋਕ ਬਹੁਤ ਹੈਰਾਨ ਸੀ ਔਰ ਲੋਕ ਇਸ ਗੱਲ ਤੋਂ, ਇਸ ਘਟਨਾ ਤੋਂ ਡਰੇ ਵੀ ਹੋਏ ਸੀ। ਉਸ ਤੋਂ ਬਾਅਦ ਫਿਰ ਲਗਾਤਾਰ ਇਹ ਘਟਨਾਵਾਂ ਹੁੰਦੀਆਂ ਨੇ, ਬਰਗਾੜੀ 'ਚ ਹੁੰਦੀਆਂ ਨੇ ਤੇ ਫਿਰ ਪੂਰੇ ਪੰਜਾਬ ਦੇ ਵਿੱਚ ਹੁੰਦੀਆਂ ਨੇ। ਉਸ ਦੌਰ ਨੂੰ ਤੁਸੀਂ ਦੇਖੋ ਔਰ ਉਸ ਤੋਂ ਬਾਅਦ ਸੜਕਾਂ ਤੇ ਧਰਨੇ ਲੱਗਦੇ ਨੇ, ਬਹੁਤ ਲੋਕ ਆਉਂਦੇ ਨੇ ਕਿਉਂਕਿ ਲੋਕਾਂ ਦੇ ਜਿਹੜੇ ਹਿਰਦੇ ਆ ਉਹ ਵਲੂੰਧਰੇ ਜਾਂਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਸੱਟ ਵੱਜਦੀ ਹੈ ਕਿ ਕੀ ਹੋ ਰਿਹਾ। ਔਰ ਜਿਹੜੀ ਉਸ ਟਾਈਮ ਦੀ ਸਰਕਾਰ ਹੁੰਦੀ ਆ, ਉਸ ਤੇ ਸਵਾਲ, ਉਸ ਤੇ ਪ੍ਰਸ਼ਨ ਚਿੰਨ੍ਹ ਖੜੇ ਹੁੰਦੇ ਨੇ। ਔਰ ਇਸੇ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਹਦੀ ਤਹਿਕੀਕਾਤ ਕਰਕੇ ਲੋਕਾਂ ਨੂੰ ਇਨਸਾਫ ਦਿਵਾਓ, ਤਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜੋ। ਖੈਰ ਕੋਸ਼ਿਸ਼ ਵੀ ਹੁੰਦੀ ਆ, ਉਸ ਟਾਈਮ ਵੀ ਇੱਕ ਕਮਿਸ਼ਨ ਬਣਾਇਆ ਜਾਂਦਾ ਹੈ, ਉਸ ਟਾਈਮ ਵੀ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ, ਲੇਕਿਨ ਦੋਸ਼ੀ ਅੱਜ ਤੱਕ, ਉਸ ਤੋਂ ਬਾਅਦ 15 ਹੁੰਦੀ ਹੈ ਤੇ ਅੱਜ 2021 ਹੋ ਗਿਆ, ਫੜੇ ਨਹੀਂ ਜਾਂਦੇ। ਉਸ ਤੋਂ ਬਾਅਦ ਸਰਕਾਰ ਕਾਂਗਰਸ ਦੀ ਵੀ ਆ ਜਾਂਦੀ ਹੈ। ਦੇਖੋ ਹੁਣ ਜੇ ਇਹਦੀ ਕਵਾਇਦ ਸ਼ੁਰੂ ਹੁੰਦੀ ਆ, ਇਹਦੇ ਵਿੱਚ ਬੜੀਆਂ ਆਪਸ ਦੇ ਵਿੱਚ ਸਿਆਸੀ ਦੂਸ਼ਣਬਾਜ਼ੀਆਂ ਹੁੰਦੀਆਂ, ਇੱਕ ਦੂਸਰੇ ਤੇ ਇਲਜ਼ਾਮ ਲੱਗਦੇ ਨੇ। ਲੇਕਿਨ ਹੁਣ ਜਦੋਂ ਤੁਸੀਂ ਇਹ ਗੱਲ ਕੀਤੀ ਹੈ ਸਨਾਰੀਆ ਜੇਲ੍ਹ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਦੇਖੋ ਜਿਹੜੀ SIT ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨਾਂ ਨੇ ਕਿਹਾ ਕਿ ਜਿਹੜੇ ਉਹ ਪਰਚੇ ਲਾਏ ਗਏ ਸੀ ਉੱਥੇ ਲਿਖ ਕੇ, ਚਾਹੇ ਬਰਗਾੜੀ ਦੇ ਵਿੱਚ ਜਾਂ ਪੂਰੀ, ਉਹ ਉਹਨਾਂ ਦੀ ਜਿਹੜੀ ਹੱਥ ਲਿਖਤ ਆ, ਉਹ ਡੇਰਾ ਪ੍ਰੇਮੀਆਂ ਦੇ ਕੁਝ ਜਿਹੜੇ 6 ਵਿਅਕਤੀ ਫੜੇ ਹੋਏ ਆ ਉਹਨਾਂ ਦੇ ਨਾਲ ਰਲ ਗਈ ਆ। ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਜਿਹੜੀ ਉਹ ਰਿਪੋਰਟ ਆ, ਉਹ ਵੀ ਉਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਈ ਆ। ਹਾਲਾਂਕਿ ਉਹਨਾਂ ਦੀ ਕਾਪੀ ਜਿਹੜੇ ਡੇਰਾ ਪ੍ਰੇਮੀਆਂ ਦੇ ਜਿਹੜੇ ਡਿਫੈਂਸ ਲਾਇਰਸ ਆ ਉਹਨਾਂ ਨੂੰ ਹਜੇ ਦੇਣੀ ਆ।
ਇਸੇ ਦੌਰਾਨ ਉਹਨਾਂ ਨੇ ਹੁਣ ਇਹ ਨਵਾਂ ਤੱਥ ਲੈ ਕੇ ਆਂਦਾ ਕਿ ਕਿਤੇ ਨਾ ਕਿਤੇ ਜਿਹੜੇ ਗੁਰਮੀਤ ਰਾਮ ਰਹੀਮ ਨੇ, ਇਹਨਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਕੰਪਲੈਕਸ, ਜਿਸ ਤਰ੍ਹਾਂ ਤੁਸੀਂ ਦੱਸਿਆ, ਜਿਹਨਾਂ ਦਾ ਪ੍ਰਸ਼ਾਸਨਿਕ ਦਫ਼ਤਰ ਆ ਜਾਂ ਕੰਪਲੈਕਸ ਆ, ਉਹਦੇ ਅੰਦਰ ਇਹ ਸਾਜ਼ਿਸ਼ ਘੜੀ ਗਈ ਸੀ ਕਿ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ, ਬੇਅਦਬੀ ਕੀਤੀ ਜਾਵੇ। ਔਰ ਉਹਦੇ ਵਿੱਚ ਇੱਥੋਂ ਤੱਕ ਵੀ ਇਹਨਾਂ ਨੇ SIT ਨੇ ਕਿਹਾ ਕਿ ਉਹਦੇ ਵਿੱਚ ਖੁਦ ਇਹ ਜਿਹੜੇ ਸਿਰਸਾ ਦੇ ਮੁਖੀ ਆ ਡੇਰਾ ਦੇ, ਗੁਰਮੀਤ ਰਾਮ ਰਹੀਮ, ਉਹ ਖੁਦ ਸ਼ਾਮਿਲ ਸੀ। ਹੁਣ ਇਹਨਾਂ ਤੱਥਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। 17 ਦਸੰਬਰ ਦੀ ਅਗਲੀ ਤਰੀਕ ਪਾ ਦਿੱਤੀ ਗਈ ਹੈ, ਉਦੋਂ ਤੱਕ ਇਹ ਇਹਨਾਂ ਨੂੰ ਹੋਊਗਾ। ਹਾਂ, ਦੂਸਰੀ ਗੱਲ ਇਹ ਵੀ ਮੈਂ ਦੱਸਦਾ, ਜਿਸ ਤਰ੍ਹਾਂ ਤੁਸੀਂ ਆਪ ਵੀ ਦੱਸਦਾ ਕਿ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਣ ਦੀ ਤਿਆਰੀ ਆ। ਜਿਸ ਤਰ੍ਹਾਂ ਕਿ ਕਿਸੇ ਦੂਸਰੇ ਪੰਜਾਬ ਦੀ ਸੂਬਾ ਹੈ, ਇਹਨਾਂ ਨੇ ਹਰਿਆਣੇ ਸੂਬੇ ਚੋਂ ਲੈ ਕੇ ਆਉਣਾ। ਹੁਣ ਇਹਨਾਂ ਨੂੰ ਇਸ ਦੀ ਇਜਾਜ਼ਤ ਮਿਲਦੀ ਆ ਜਾਂ ਨਹੀਂ ਮਿਲਦੀ, ਜਾਂ ਸੁਨਾਰਿਆ ਜੇਲ੍ਹ 'ਚ ਹੀ ਪੁੱਛਗਿੱਛ ਹੋਵੇਗੀ, ਇਹ ਹੁਣ ਦੇਖਦੇ ਆ ਕਿ ਇਹਦੇ ਵਿੱਚ ਕੀ ਡਿਵੈਲਪਮੈਂਟ ਹੁੰਦੀ ਹੈ। ਜੀ ਮਨਪ੍ਰੀਤ ਜੀ, ਇਹਦਾ ਆਧਾਰ ਤੁਹਾਨੂੰ ਯਾਦ ਹੋਵੇ ਤੇ ਬਹੁਤ ਪਹਿਲਾਂ ਲਗਭਗ 7 ਦੇ ਆਸ-ਪਾਸ ਜਦੋਂ ਡੇਰਾ ਮੁਖੀ ਨੇ ਸਵਾਂਗ ਰਚਿਆ ਸੀ, 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਵਰਗਾ ਕੋਈ ਬਾਣਾ ਬਸਤਰ ਪਹਿਨ ਕੇ, ਉਦੋਂ ਸਾਰੀ ਗੱਲ, ਉਦੋਂ ਬਹੁਤ ਰੋਸ ਹੋਇਆ ਸੀਗਾ। ਪਾਰਲੀਮੈਂਟ ਦੇ ਵਿੱਚ ਵੀ ਸਰਦਾਰ ਤਰਲੋਚਨ ਸਿੰਘ ਹੋਰਾਂ ਬੜੀ ਪ੍ਰਮੁੱਖਤਾ ਨਾਲ ਇਹ ਮਸਲਾ ਚੱਕਿਆ ਸੀ, ਫਿਰ ਜਾਂਚ ਅੱਗੇ ਵਧੀ। ਲੇਕਿਨ ਜਿਹੜਾ ਉਹ ਪਰਚਾ ਦਰਜ ਹੋਇਆ ਸੀ, ਤੁਹਾਨੂੰ ਯਾਦ ਹੋਵੇ 2012 ਦੀ ਇਲੈਕਸ਼ਨ ਤੋਂ ਪਹਿਲਾਂ ਉਹਦੇ ਵਾਪਸ ਹੋਣ ਦੀਆਂ ਗੱਲਾਂ ਹੋਣ ਲੱਗੀਆਂ, ਉਸ ਕੇਸ ਨੂੰ ਬੰਦ ਕਰਨ ਦੀ ਗੱਲ ਹੋਣ ਲੱਗੀ। ਉਦੋਂ ਵੀ ਬਠਿੰਡਾ ਸਾਈਡ ਦੇ ਜਿਹੜੇ ਸ਼ਾਇਦ ਸਰਦਾਰ ਰਜਿੰਦਰ ਸਿੰਘ ਸੀ, ਉਹਨਾਂ ਨੇ ਉਹ ਪ੍ਰੈਸ਼ਰ ਦੀ ਜਾਂ ਕਈ ਹੋਰ ਗੱਲਾਂ ਵੀ ਉਹਨਾਂ ਦਿਨਾਂ ਦੇ ਵਿੱਚ ਹੋਈਆਂ ਸੀ, ਉਹਨੂੰ ਫਿਰ ਖੋਲਣ ਦੀ ਮੰਗ ਕੀਤੀ ਗਈ ਆ। ਇਹਨਾਂ ਦਿਨਾਂ 'ਚ ਭਰਵੀਂ ਸਿਆਸਤ ਦੇ ਦੌਰਾਨ ਜੇ ਉਹ ਕੇਸ ਵੀ ਖੁੱਲ ਜਾਂਦਾ ਹੈ ਦੁਬਾਰਾ, ਤਾਂ ਮੈਨੂੰ ਇੰਝ ਲੱਗਦਾ ਹੈ ਕਿ ਇਹ ਬੇਅਦਬੀ ਮਾਮਲਿਆਂ ਦੀਆਂ ਤਾਰਾਂ ਜਿਹੜੀਆਂ ਨੇ ਇਹ ਕਿਤੇ ਸੁਲਝਣ ਵਾਲੀਆਂ ਨਹੀਂ, ਇਹ ਹੋਰ ਉਲਝ ਜਾਣਗੀਆਂ। ਚੰਨੀ ਸਾਹਿਬ ਕਹਿੰਦੇ ਤੇ ਹੈ, ਮੈਨੂੰ ਜਿਹੜੇ ਮੈਂ ਖੱਡੀਆਂ ਦੇ ਵਿੱਚ ਉਹ ਕਰਦੇ ਆ ਨਾ ਧਾਗੇ, ਉਹਨਾਂ ਨੂੰ ਮੈਂ ਸਿੱਧਾ ਕਰਨਾ ਜਾਣਦਾ ਹੈ, ਮੈਂ ਜਿਹੜੀਆਂ ਗੁੰਝਲਾਂ ਕੱਢ ਲੈਣਾ, ਮੈਨੂੰ ਪਤਾ ਮੈਂ ਆਮ ਬੰਦਾ ਹੈ, ਪਰ ਮੈਨੂੰ ਲੱਗਦਾ ਇਹ ਗੁੰਝਲਾਂ ਬਾਲੀਆਂ ਹੀ ਉਲਝੀਆਂ ਨੇ, ਇਹਨਾਂ ਨੂੰ ਖੋਲਣ ਲੱਗਿਆ ਸ਼ਾਇਦ ਇਹ ਹੋਰ ਉਲਝਦੀਆਂ ਜਾਣ। ਇਹ ਵੀ ਮੰਗ ਹੋਊਗੀ ਅੱਜ, ਇਹਦੇ ਉੱਤੇ ਤੁਹਾਡੀ ਟਿੱਪਣੀ, ਤੇ ਫਿਰ ਲਖੀਮਪੁਰ ਖੀਰੀ ਦੇ ਉੱਤੇ ਮਾਣਯੋਗ ਸੁਪਰੀਮ ਕੋਰਟ ਦਾ ਇੱਕ ਟਿੱਪਣੀ, ਉਹਦੇ ਤੇ ਅੱਗੇ ਵਧਦੇ ਆ। ਰੰਧਾਵਾ ਜੀ, ਜਿਹੜੀ ਤੁਸੀਂ ਗੁੰਝਲਾਂ ਦੀ ਗੱਲ ਕੀਤੀ ਹੈ, ਬਿਲਕੁਲ ਸਹੀ ਗੱਲ ਕੀਤੀ ਹੈ, ਔਰ ਗੁੰਝਲਾਂ ਆਪ ਹੀ ਪੈਦਾ ਕੀਤੀਆਂ ਗਈਆਂ। ਇੱਕ ਜਿਹੜੇ ਮਾਮਲੇ ਜਿਹੜੇ ਬੜੇ ਇੱਕ ਸਿੰਪਲ ਪੁਲਿਸ ਇਨਵੈਸਟੀਗੇਸ਼ਨ ਦੇ ਨਾਲ ਸੁਲਝਾਏ ਜਾ ਸਕਦੇ ਸੀ, ਜੇ ਉਹਨਾਂ ਨੂੰ ਇੰਨਾ ਪੋਲੀਟੀਕਲ ਜਾਂ ਉਹਨਾਂ ਨੂੰ ਸਿਆਸੀ ਰੰਗਤ ਨਾ ਮਿਲਦੀ, ਤੇ ਬੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਸੀ। ਲੇਕਿਨ ਮੈਨੂੰ ਲੱਗਦਾ ਸਿਆਸੀ ਜਿਹੜੀਆਂ ਜਮਾਤਾਂ ਨੇ ਜਾਂ ਪਾਰਟੀਆਂ ਸ਼ਾਇਦ ਕਿਤੇ ਨਾ ਕਿਤੇ ਚਾਹੁੰਦੀਆਂ ਨਹੀਂ, ਇਹਨਾਂ ਮਸਲਿਆਂ ਨੂੰ ਭਖਦੇ ਰੱਖਣਾ ਚਾਹੁੰਦੀਆਂ ਨੇ, ਤਾਂ ਕਿ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾ ਸਕੇ, ਉਹਨਾਂ ਤੋਂ ਜਿਹੜੀਆਂ ਆਪਣੀਆਂ ਸਿਆਸੀ ਰੋਟੀਆਂ ਸਿੱਕੀਆਂ ਜਾ ਸਕਣ। ਇਹ ਸਾਰਾ ਕੁਝ ਚੱਲਦਾ। ਮੈਂ ਕਿਸੇ ਇੱਕ ਪਾਰਟੀ ਦਾ ਨਾਂ ਨਹੀਂ ਲੈ ਰਿਹਾ, ਮੈਂ ਸਾਰੀਆਂ ਪਾਰਟੀਆਂ ਨੂੰ ਇਹਦੇ ਵਿੱਚ, ਕਿਉਂਕਿ ਸਾਰੀਆਂ ਪਾਰਟੀਆਂ ਦੀਆਂ ਇਸ ਦੌਰਾਨ ਸਰਕਾਰਾਂ ਰਹਿ ਚੁੱਕੀਆਂ ਨੇ, ਤੇ ਕੋਈ ਵੀ ਆਪਣੇ ਆਪ ਨੂੰ ਇਸ ਤੋਂ ਵੱਖਰਾ ਨਹੀਂ ਕਰ ਸਕਦਾ। ਕਿਉਂਕਿ ਜੇ ਇਹ ਵਾਕਿਆ ਸੰਜੀਦਾ ਹੁੰਦੇ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ ਕਿ ਜੇ ਪੰਜਾਬ ਦੇ ਵਿੱਚ ਲਗਾਤਾਰ ਉਹ ਘਟਨਾਵਾਂ ਵਾਪਰੀਆਂ, ਪੰਜਾਬ ਦੇ ਕੋਲੇ ਸਾਰਾ ਆਪਣਾ ਯੰਤਰ ਤੰਤਰ ਆ, ਆਪਣੀਆਂ ਇੰਟੈਲੀਜੈਂਸ ਏਜੰਸੀਜ਼ ਨੇ, ਸਾਰਾ ਕੁਝ ਇਹਨਾਂ ਦੇ ਹੱਥ ਦੇ ਵਿੱਚ ਹੈ, ਤੇ ਇਹ ਇੱਕ ਮਸਲਾ ਕਿਸੇ ਨਾ ਕਿਸੇ ਇੱਕ ਲੌਜੀਕਲ ਐਂਡ ਤੇ ਇੱਕ ਨਤੀਜੇ ਤੇ ਪਹੁੰਚ ਸਕਦਾ ਸੀ। ਜਿਸ ਤੱਕ ਤੁਸੀਂ ਇਹ ਗੱਲ ਕੀਤੀ ਹੈ, ਇਹ ਸਨ 2007 ਦਾ ਆਪਾਂ ਨੂੰ ਸਾਰਿਆਂ ਨੂੰ ਮਾਮਲਾ ਪਤਾ। ਹੁਣ ਜਿਹੜੇ ਕੁਝ ਅਲਾਇੰਸ ਆ ਸਿੱਖ ਆਰਗੇਨਾਈਜੇਸ਼ਨ ਦਾ, ਉਹਨਾਂ ਨੇ ਇਹ ਪਹਿਲ ਕੀਤੀ ਹੈ, ਤੇ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਚਿੱਠੀ ਲਿਖ ਕੇ ਉਹਨਾਂ ਨੂੰ ਕਿਹਾ ਕਿ ਇਸ ਮਸਲੇ ਨੂੰ ਦੁਬਾਰਾ ਖੋਲ੍ਹਿਆ ਜਾਵੇ, ਕਿਉਂਕਿ ਇਹਦੇ ਨਾਲ ਤੁਹਾਨੂੰ ਯਾਦ ਹੋਣਾ ਉਹਨਾਂ ਦਿਨਾਂ ਦੇ ਦੌਰਾਨ ਵੀ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਤੇ ਡੇਰਾ ਪ੍ਰੇਮੀਆਂ ਦੇ ਵਿੱਚ ਬੜੇ ਹਿੰਸਕ ਆਪਸ ਦੇ ਵਿੱਚ ਕਲੈਸ਼ ਹੋਏ ਸੀ। ਹੁਣ ਇਹਨੂੰ ਇਹ ਵੀ ਕਿਹਾ ਜਾ ਰਿਹਾ, ਜਿੱਦਾਂ 2012 ਦੇ ਵਿੱਚ ਜਾਂਦੇ ਜਾਂਦੇ ਸਰਕਾਰ ਨੇ FIR ਕੁਐਸ਼ ਕਰਨ ਦੀ ਹਾਈ ਕੋਰਟ ਦੇ ਵਿੱਚ ਅਰਜ਼ੀ ਵੀ ਲਾ ਦਿੱਤੀ ਸੀ। ਇਹ ਗੱਲ ਵੀ ਇਹਨਾਂ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਇਸ ਅਲਾਇੰਸ ਦੀਆਂ, ਉਹਨਾਂ ਨੇ ਕਹੀ ਆ। ਇਹਨਾਂ ਦੇ ਵਿੱਚ ਜਿਹੜੇ ਸੁਖਦੇਵ ਸਿੰਘ ਫਗਵਾੜਾ ਨੇ, ਇਸੇ ਤਰ੍ਹਾਂ ਤੁਸੀਂ ਹਰਜੀਤ ਸਿੰਘ ਮਾਝੀ ਹੋਣਾ ਦਾ ਵੀ ਨਾਂ ਲਿੱਤਾ, ਇਹਨਾਂ ਨੇ ਚਿੱਠੀ ਲੈ ਕੇ ਦੁਬਾਰਾ ਖੋਲਣ ਦੀ ਮੰਗ ਕੀਤੀ। ਪਰ ਇਹਦੇ ਵਿੱਚ ਤੁਹਾਡੀ ਗੱਲ 100% ਠੀਕ ਆ ਕਿ ਫੇਰ ਕਿਤੇ ਤੰਦ ਉਲਝ ਨਾ ਜਾਣ। ਸੁਲਝਾਉਣਾ ਤਾਂ ਹਰ ਸਰਕਾਰ ਨੂੰ ਆਉਂਦਾ, ਹਰ ਪੋਲੀਟੀਕਲ ਪਾਰਟੀ ਨੂੰ ਆਉਂਦਾ, ਲੇਕਿਨ ਸੁਲਝਾਉਣ ਦੇ ਪਿੱਛੇ ਕੀ ਕੋਸ਼ਿਸ਼ ਰਹਿੰਦੀ ਹੈ, ਕਵਾਇਦ ਰਹਿੰਦੀ ਹੈ, ਉਹ ਅਸੀਂ ਦੇਖਣਾ। ਇਸੇ ਕਰਕੇ ਲੋਕ ਬੈਠੇ ਨੇ, ਦੇਖ ਰਹੇ ਨੇ ਇਸ ਤਮਾਸ਼ੇ ਨੂੰ ਲਗਾਤਾਰ ਕਿ ਇਹ ਕੀ ਤਮਾਸ਼ੇ ਹੋ ਰਹੇ ਨੇ। ਕਿੰਨੀਆਂ ਕਮਿਸ਼ਨ ਬਣ ਚੁੱਕੇ ਨੇ, ਕਿੰਨੀਆਂ SITs ਬਣ ਚੁੱਕੀਆਂ ਨੇ, ਕਿੰਨੀਆਂ ਜਾਂਚ ਸਾਡੀਆਂ ਹੋ ਚੁੱਕੀਆਂ, ਲੇਕਿਨ ਹਜੇ ਵੀ ਅਸੀਂ ਨਤੀਜੇ ਤੋਂ ਬਿਲਕੁਲ ਬੇਖਬਰ ਆ। ਅਸੀਂ ਨਤੀਜੇ ਤੋਂ ਹਜੇ ਵੀ ਭਟਕ ਰਹੇ ਹਾਂ, ਸਾਨੂੰ ਕਿਤੇ ਕੋਈ ਰਾਹ ਵਿਖਾਈ ਨਹੀਂ ਦਿੱਤਾ। ਹਾਂ, ਮੈਂ ਉਮੀਦ ਕਰਦਾ ਕਿ ਜਿਹੜੀ ਇਹ ਨਵੀਂ ਤਬਦੀਲੀ ਹੋਈ ਆ ਪੰਜਾਬ ਕਾਂਗਰਸ ਦੇ ਵਿੱਚ, ਔਰ ਜਿਸ ਤਰ੍ਹਾਂ ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਨਵਜੋਤ ਸਿੰਘ ਸਿੱਧੂ ਹੋਣ, ਇਹ ਨਵਾਂ ਜਿਹੜਾ ਨਿਯਾਮ ਆਇਆ,
ਚਾਹੇ ਸੁਖਜਿੰਦਰ ਸਿੰਘ ਰੰਧਾਵਾ ਐਜ਼ ਹੋਮ ਮਿਨਿਸਟਰ ਹੋਣ, ਸ਼ਾਇਦ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਜਾਂ ਸ਼ਾਇਦ ਲੋਕਾਂ ਨੂੰ ਇਨਸਾਫ ਮਿਲ ਸਕੇ। ਜੀ ਜਾਂਦੇ ਜਾਂਦੇ ਮੈਨੂੰ ਲਖੀਮਪੁਰ ਖੀਰੀ ਨਾਲ ਸੰਬੰਧਿਤ ਜਿਹੜੀ ਅਦਾਲਤੀ ਕਾਰਵਾਈ ਆ ਅਪੈਕਸ ਕੋਰਟ 'ਚ, ਮਾਣਯੋਗ ਸੁਪਰੀਮ ਕੋਰਟ 'ਚ, ਉਹ ਥੋੜੀ ਜਿਹੀ ਸਹੀ ਦਿਸ਼ਾ 'ਚ ਜਾਂਦੀ ਲੱਗਦੀ ਆ। ਜਦੋਂ ਜਦੋਂ ਉੱਤਰ ਪ੍ਰਦੇਸ਼ ਸਰਕਾਰ ਬੇਮੁਖਤਾ ਦਿਖਾਉਂਦੀ ਆ, ਉਹ ਉਨੀ ਬਾਂਹ ਮਰੋੜ ਦਿੰਦੇ ਆ, ਉੱਥੇ ਇਨਸਾਫ ਦੀ ਉਮੀਦ ਬਣਦੀ ਪਈ ਆ। ਜਦੋਂ ਕਦੇ ਕਦੇ ਮੈਂ ਇਹਨਾਂ ਚੀਜ਼ਾਂ ਨੂੰ ਦੇਖਦਾ ਤੇ ਨਾਲ ਦੀ ਨਾਲ ਹੀ ਮਨ ਚ ਆਉਂਦਾ ਕਿ ਜਿਵੇਂ 84 ਦੇ ਵਿੱਚ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਹੋਰ ਸ਼ਹਿਰਾਂ 'ਚ ਹੋਇਆ, ਜੇ ਉਦੋਂ ਵੀ ਕਿਤੇ ਇੰਨੀ ਨਿਗਰਾਨੀ ਹੁੰਦੀ ਜਾਂ ਇਸ ਤਰ੍ਹਾਂ ਅਦਾਲਤਾਂ ਐਕਟਿਵ ਹੁੰਦੀਆਂ ਤਾਂ ਸ਼ਾਇਦ ਇਹ ਮੇਰੇ ਖਿਆਲ ਹੁਣ 4 ਦਹਾਕੇ ਹੋ ਚੱਲੇ ਆ, ਉਹ ਤਾਂ ਕਾਲਜਾ ਮੂੰਹ ਨੂੰ ਆਉਂਦਾ ਯਾਦ ਕਰਕੇ। ਇਹ ਮੈਨੂੰ ਇਹ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਅਦਾਲਤ ਦੀ ਲੇਟੈਸਟ ਟਿੱਪਣੀ ਬਾਰੇ ਦੱਸ ਦਿਓ। ਦੇਖੋ ਰੰਧਾਵਾ ਜੀ, ਅਦਾਲਤ ਨੇ ਐਨਵੀ ਰਮੰਨਾ ਜਿਹੜੇ ਚੀਫ ਜਸਟਿਸ ਨੇ, 3 ਜੱਜਾਂ ਦਾ ਬੈਂਚ ਆ, ਇਹ ਲਗਾਤਾਰ ਸੁਣਵਾਈ ਕਰ ਰਿਹਾ ਔਰ ਇਹਦਾ ਖੁਦ ਸੰਗਿਆਨ ਇਹਨਾਂ ਨੇ ਖੁਦ ਸੂ ਮੋਟੋ ਨੋਟਿਸ ਲਿੱਤਾ ਸੀ। ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਗ੍ਰਹਿ ਰਾਜ ਮੰਤਰੀ ਹੈ ਜਿਹੜੇ ਅਜੇ ਮਿਸ਼ਰਾ, ਉਹਨਾਂ ਦੇ ਮੁੰਡੇ ਆਸ਼ੀਸ਼ ਮਿਸ਼ਰਾ ਇਹ 'ਚ ਸ਼ਾਮਲ ਆ, 10 ਹੋਰ ਵਿਅਕਤੀ, ਕੁੱਲ 13 ਵਿਅਕਤੀ ਇਹ 'ਚ ਗ੍ਰਿਫਤਾਰ ਹੋ ਚੁੱਕੇ ਆ। ਪਿਛਲੇ ਦਿਨਾਂ 'ਚ ਫੋਰੈਂਸਿਕ ਲੈਬੋਰੇਟਰੀ ਦੀ ਇੱਕ ਰਿਪੋਰਟ ਵੀ ਆਈ ਆ, ਉਹਦੇ ਵਿੱਚ ਜਿਹੜੇ ਹਥਿਆਰ ਚੱਲੇ ਨੇ ਉਹਨਾਂ ਦੀ ਪੁਸ਼ਟੀ ਹੋਈ ਆ ਕਿ ਉਹ ਆਸ਼ੀਸ਼ ਮਿਸ਼ਰਾ, ਅਜੇ ਮਿਸ਼ਰਾ, ਇਹਨਾਂ ਦੇ ਜਿਹੜੇ ਲਾਇਸੈਂਸੀ ਵੈਪਨ ਸੀ, 3 ਹਥਿਆਰਾਂ ਦੀ ਪੁਸ਼ਟੀ ਹੋ ਗਈ ਆ। ਉਹ ਉਹਨਾਂ ਨੇ ਚਲਾਏ ਆ, ਕਿੱਥੇ ਚਲਾਏ ਆ, ਕਦੋਂ ਚਲਾਏ ਆ, ਇਹਦੀ ਪੁਸ਼ਟੀ ਹੋਣੀ ਹੈ। ਇੱਕ ਹਥਿਆਰ ਹੋਰ ਆ ਜਿਹੜਾ ਇੱਕ ਡਰਾਈਵਰ ਨੇ ਚਲਾਇਆ, ਉਹਦੀ ਵੀ ਜਾਂਚ ਹੋ ਰਹੀ ਆ। ਹੁਣ ਰਹਿ ਗਈ ਗੱਲ, ਲਗਾਤਾਰ ਜਦੋਂ ਤੋਂ ਸੁਪਰੀਮ ਕੋਰਟ ਸੁਣਵਾਈ ਕਰ ਰਹੀ ਆ, ਯੂਪੀ ਸਰਕਾਰ ਨੂੰ, ਯੂਪੀ ਦੇ ਪ੍ਰਸ਼ਾਸਨ ਨੂੰ, ਯੂਪੀ ਦੀ ਪੁਲਿਸ ਨੂੰ ਲਗਾਤਾਰ ਝਾੜ ਪੈ ਰਹੀ ਆ, ਡਾਂਟ ਪੈ ਰਹੀ ਆ। ਜਦੋਂ ਵੀ ਉਹਨਾਂ ਨੂੰ ਸਟੇਟਸ ਰਿਪੋਰਟ ਲੈ ਕੇ ਆਉਣ ਲਈ ਕਿਹਾ ਜਾਂਦਾ, ਉਹਨਾਂ ਕੋਲੇ ਕੱਖ ਨਹੀਂ ਹੁੰਦਾ। ਟਿੱਪਣੀਆਂ ਉਹਨਾਂ ਨੇ ਕਿਹਾ ਕੀ ਤੁਸੀਂ ਵਿਟਨੈਸਿਸ ਦੀਆਂ ਉਹਨਾਂ ਦੀਆਂ ਜਿਹੜੇ ਸਟੇਟਮੈਂਟਸ ਉਹ ਰਿਕਾਰਡ ਕੀਤੀਆਂ, 164 ਦੇ ਬਿਆਨਾਂ ਥੱਲੇ ਕੀਤੀਆਂ। ਉਹ ਹਰ ਵਾਰੀ ਕਹਿੰਦੇ ਨੇ ਜੀ, ਉਹ ਕਹਿੰਦੇ ਅਸੀਂ 4 ਦੀਆਂ ਕੀਤੀਆਂ, 10 ਦੀਆਂ ਕੀਤੀਆਂ। ਤੇ ਸੁਪਰੀਮ ਕੋਰਟ ਪੁੱਛਦਾ ਕਿ ਹਜ਼ਾਰਾਂ ਲੋਕ ਉੱਥੇ ਸੀ, ਕੀ ਤੁਸੀਂ ਸਿਰਫ ਤੁਹਾਨੂੰ ਇੰਨੇ ਕੁ ਬੰਦੇ ਲੱਭੇ? ਹੁਣ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡੇ ਤੋਂ ਜਾਂਚ ਨਹੀਂ ਹੋ ਰਹੀ। ਸੁਪਰੀਮ ਕੋਰਟ ਇਹਨਾਂ ਦੀ ਜਾਂਚ ਤੋਂ ਬਿਲਕੁਲ ਨਾਖੁਸ਼ ਆ। ਉਹ ਬਿਲਕੁਲ ਚਾਹੁੰਦਾ ਕਿ ਉਹਨਾਂ ਨੂੰ ਪਤਾ ਕਿ ਲਾਪਰਵਾਹੀ ਕਰ ਰਹੇ ਜਾਂ ਕਿਸੇ ਨਾ ਕਿਸੇ ਨੂੰ ਬਚਾਉਣ ਦੀ। ਪਿਛਲੀ ਵਾਰੀ ਉਹਨਾਂ ਨੇ ਇਹ ਵੀ ਕਿਹਾ ਸੀ ਰੰਧਾਵਾ ਜੀ ਕਿ ਤੁਸੀਂ ਕਿਸੇ ਖਾਸ ਇੱਕ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਆਪਾਂ ਨੂੰ ਪਤਾ ਉਹ ਆਸ਼ੀਸ਼ ਮਿਸ਼ਰਾ ਵਾਲੀ ਇਸ਼ਾਰਾ ਕਰ ਰਹੇ ਸੀ। ਹੁਣ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਜਾਂਚ ਨਹੀਂ ਕਰਨੀ, ਕਿਉਂ ਨਾ ਅਸੀਂ ਸਾਬਕਾ ਜੱਜ ਪੰਜਾਬ ਤੇ ਹਰਿਆਣਾ, ਉਹਨਾਂ ਨੇ 2 ਨਾਮ ਵੀ ਸੁਝਾਏ ਆ, ਜਸਟਿਸ ਸਾਬਕਾ ਜਿਹੜੇ ਰਣਜੀਤ ਸਿੰਘ ਤੇ RK ਜੈਨ, ਕਿ ਅਸੀਂ ਇਹਨਾਂ ਨੂੰ ਦੇ ਦਈਏ। ਤੇ ਹੁਣ ਜਿਹੜੇ ਇਹਨਾਂ ਵੱਲੋਂ ਵਕੀਲ ਪੇਸ਼ ਹੁੰਦੇ ਨੇ ਹਰੀਸ਼ ਸਾਲਵੇ, ਉਹ ਦੱਸਣਗੇ 15 ਤਰੀਕ ਨੂੰ, 15 ਨਵੰਬਰ ਨੂੰ। ਜ਼ਿਆਦਾ ਸਮਾਂ ਨਹੀਂ ਉਹਨਾਂ ਨੇ ਦਿੱਤਾ। ਉਹ ਕਹਿੰਦੇ 15 ਨਵੰਬਰ ਸੋਮਵਾਰ ਦੇ ਦਿਨ ਸਾਨੂੰ ਦੱਸੋ, ਨਹੀਂ ਤਾਂ ਅਸੀਂ ਜਾਂਚ ਸਾਬਕਾ ਜੱਜ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹਨਾਂ ਦੇ ਹਵਾਲੇ ਕਰ ਦਾਂਗੇ। ਸੋ ਕੁੱਲ ਟਿੱਪਣੀ ਉਹਨਾਂ ਦੀ ਇਹ ਹੈ ਜੀ। ਬਹੁਤ ਮਿਹਰਬਾਨੀ, ਤੁਸੀਂ ਬੜੇ ਵਿਸਥਾਰ 'ਚ ਦੱਸਿਆ ਹੈ ਤੇ ਅੱਜ ਅਸੀਂ ਟੈਕਨੀਕਲ ਮੁਸ਼ਕਲ ਦਾ ਸਾਹਮਣਾ ਕਰਦੇ ਰਹੇ ਤੇ ਖੈਰ ਮੈਨੂੰ ਲੱਗਦਾ ਵੀ ਅਸੀਂ ਰਿਕਾਰਡਿੰਗ ਕਰ ਹੀ ਪਾਏ ਹੋਵਾਂਗੇ। ਫਿਰ ਵੀ ਤੁਹਾਡਾ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਰੰਧਾਵਾ ਜੀ, ਬੜੇ ਤੁਸੀਂ ਯਤਨਾਂ ਦੇ ਨਾਲ ਇਸ ਪ੍ਰੋਗਰਾਮ ਨੂੰ ਅੱਜ ਕੀਤਾ। ਮੈਨੂੰ ਪਤਾ ਕਈ ਤਰ੍ਹਾਂ ਦੀਆਂ ਟੈਕਨੀਕਲ ਤਕਨੀਕੀ ਮਜਬੂਰੀਆਂ ਆਈਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰੀ ਫੇਰ। ਮਿਹਰਬਾਨੀ।